ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਪ੍ਰਗਟ ਸਿੰਘ ਹੋਣਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਇਲਜ਼ਾਮ ਲਾਏ ਨੇ। ਕੈਪਟਨ ਸਾਹਿਬ ਦੀ ਜਿਹੜੀ ਫੌਜ ਹੈ ਉਹਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ। ਸੁਖਵਿੰਦਰ ਜੀ ਦੇਖੋ, ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਚਾਹੇ ਹੋਵੇ, ਚਾਹੇ ਉਹਨਾਂ ਦੇ ਸਾਥੀਆਂ ਤੇ ਹੋਵੇ, ਉਹਨਾਂ ਦੇ ਪੀਏ ਸਾਹਿਬਾਨ ਤੇ ਹੋਵੇ, ਲਗਾਤਾਰ ਕੈਪਟਨ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਿ ਮੇਰੇ ਖਿਲਾਫ ਜਿਹੜੀ ਵੀ ਆਵਾਜ਼ ਉੱਠਦੀ ਹੈ, ਚਾਹੇ ਛੋਟੀ ਹੈ ਚਾਹੇ ਵੱਡੀ ਹੈ, ਉਹਨੂੰ ਕਿਵੇਂ ਨਾ ਕਿਵੇਂ ਡਰਾ ਕੇ, ਧਮਕਾ ਕੇ, ਕੋਈ ਹੋਰ ਲਾਲਚ ਦੇ ਕੇ ਉਹਨੂੰ ਖਤਮ ਕੀਤਾ ਜਾਏ, ਉਸ ਬੰਦੇ ਨੂੰ। ਸੋ ਉਹਦੀ ਸਿਆਸੀ ਜ਼ਮੀਨ ਵੀ ਖਤਮ ਕੀਤੀ ਜਾਵੇ। ਇਹ ਰਿਕਾਰਡ ਰਿਹਾ ਪਿਛਲੇ ਲੰਮੇ ਸਮੇਂ ਤੋਂ ਕੈਪਟਨ ਸਾਹਿਬ ਦਾ। ਪਰ ਹੁਣ ਤੁਸੀਂ ਦੇਖੋਗੇ ਕਿ ਇਸ ਵੇਲੇ ਕੈਪਟਨ ਸਾਹਿਬ ਦੀ ਜਿਹੜੀ ਪੋਜੀਸ਼ਨ ਹੈ ਉਹ ਕੋਈ ਪੁਰਾਣੀ ਪੋਜੀਸ਼ਨ ਨਹੀਂ ਹੈ। ਇਸ ਵੇਲੇ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਵਿੱਚ ਹੀ ਘਿਰਦੇ ਨਜ਼ਰ ਆ ਰਹੇ ਨੇ। ਸਗੋਂ ਆਪਣੀ ਜਿਹੜੀ ਉਹਨਾਂ ਦੀ ਆਪਣੀ ਕੈਬਨਿਟ ਹੈ, ਤੁਸੀਂ ਦੇਖੋਗੇ ਕਿ ਕੈਬਨਿਟ, ਹਾਲਾਂਕਿ ਕੈਬਨਿਟ ਦੇ ਉੱਤੇ ਮੁੱਖ ਮੰਤਰੀ ਦਾ ਪੂਰਾ ਦਬਦਬਾ ਹੁੰਦਾ ਹੈ, ਪਰ ਇੱਥੇ ਜਿਹੜੀ ਆਪਾਂ ਨੂੰ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ, ਕੈਪਟਨ ਸਾਹਿਬ ਦੇ ਜਿਹੜੀ ਵੱਖ-ਵੱਖ ਕੈਬਨਿਟ ਹੈ ਉਹਦੇ ਮੰਤਰੀ ਨੇ, ਚਾਹੇ ਸੁਖੀ ਰੰਧਾਵਾ ਜੀ ਹੋਣ, ਚਾਹੇ ਚੰਨੀ ਸਾਹਿਬ ਹੋਣ, ਇੱਥੇ ਵੀ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਖੌਫ ਪਾਇਆ ਹੋਇਆ ਕਿ ਹੋ ਸਕਦਾ ਕਦੋਂ ਉਹਨਾਂ ਦੀਆਂ ਫਾਈਲਾਂ ਖੁੱਲ ਜਾਣ, ਕਦੋਂ ਉਹਨਾਂ ਦੇ ਖਿਲਾਫ ਕੋਈ ਇਦਾਂ ਦੀ ਕਾਰਵਾਈ ਹੋ ਜਾਏ ਜਿਹਦੇ ਕਰਕੇ ਉਹਨਾਂ ਨੂੰ ਕੋਈ ਸਿਆਸੀ ਨੁਕਸਾਨ ਹੋ ਸਕਦਾ ਹੋਵੇ। ਸੋ ਤੁਸੀਂ ਇਹੀ ਗੱਲ ਸਾਨੂੰ ਸਮਝ ਆ ਰਹੀ ਹੈ ਕਿ ਪ੍ਰਗਟ ਸਿੰਘ ਹੋਰੀ, ਜਿਹੜੇ ਕਿ ਨਿਹਾਇਤ ਸ਼ਰੀਫ ਇਨਸਾਨ ਨੇ, ਆਪਾਂ ਨੂੰ ਪਤਾ ਹੈ ਕਿ ਪ੍ਰਗਟ ਸਿੰਘ ਹੋਰਾਂ ਦਾ ਕੋਈ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਤਾਂ ਉਹਨਾਂ ਨੇ ਅੱਜ ਤੱਕ, ਈਵਨ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਮੈਂ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਵੀ ਕੋਈ ਪੱਖ ਨਹੀਂ ਲਵਾਂਗਾ। ਜੇ ਨਵਜੋਤ ਸਿੰਘ ਸਿੱਧੂ ਵੀ ਕੋਈ ਗੜਬੜ ਕਰਨਗੇ, ਕੋਈ ਗਲਤ ਗੱਲ ਕਰਨਗੇ, ਮੈਂ ਉਹਨਾਂ ਨੂੰ ਵੀ ਕਵਾਂਗਾ। ਸੋ ਇਸ ਕਰਕੇ ਉਹ ਇੱਕ ਵਿਚਾਰੇ ਨਿਊਟਰਲ ਬੰਦੇ ਸੀਗੇ, ਨਿਰਪੱਖ ਬੰਦੇ ਸੀਗੇ। ਉਹਨਾਂ ਦੇ ਉੱਤੇ ਵੀ ਤੁਸੀਂ ਦੋਸ਼ ਲਾਉਣੇ, ਉਹਨਾਂ ਦੀਆਂ ਫਾਈਲਾਂ ਖੋਲ੍ਹਾਉਣ ਦੀਆਂ ਧਮਕੀਆਂ ਦੇਣੀਆਂ, ਉਹਨਾਂ ਨੂੰ ਵੀ ਇਹ ਕਹਿਣਾ ਕਿ ਤੁਹਾਨੂੰ ਵੀ ਅਸੀਂ ਨਹੀਂ ਬਖਸ਼ਾਂਗੇ। ਸੋ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਇੱਕ ਗਲਤ ਆਪਣੀ ਕਿਸੇ ਕੋਟਰੀ 'ਚ ਜਿਹੜੇ ਨੇ ਘਿਰ ਚੁੱਕੇ ਨੇ। ਉਹ ਇਦਾਂ ਦੇ ਗਲਤ ਫੈਸਲੇ ਲੈ ਰਹੇ ਨੇ। ਉਹਦਾ ਨੁਕਸਾਨ ਇਹਨਾਂ ਨੂੰ ਨਹੀਂ ਹੋਏਗਾ, ਨਾ ਉਹਦਾ ਨੁਕਸਾਨ ਸੁਖੀ ਰੰਧਾਵੇ ਨੂੰ ਹੋਏਗਾ, ਨਾ ਪ੍ਰਗਟ ਸਿੰਘ ਨੂੰ ਹੋਏਗਾ, ਨਾ ਨਵਜੋਤ ਸਿੰਘ ਸਿੱਧੂ ਨੂੰ ਹੋਏਗਾ, ਨਾ ਕਿਸੇ ਹੋਰ ਨੂੰ ਹੋਏਗਾ। ਇਹਨਾਂ ਦਾ ਨੁਕਸਾਨ ਜੇ ਹੋਏਗਾ ਇਹਨਾਂ ਕਾਰਵਾਈਆਂ ਦਾ, ਉਹ ਸਿਰਫ ਤੇ ਸਿਰਫ ਕੈਪਟਨ ਸਾਹਿਬ ਨੂੰ ਭਵਿੱਖ ਦੇ ਵਿੱਚ ਹੋਏਗਾ। ਸੋ ਉਮੀਦ ਇਹ ਕਰਨੀ ਚਾਹੀਦੀ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਸੀਗਾ 4.5 ਸਾਲ ਪਹਿਲਾਂ ਕਿ ਮੇਰੀ ਇਹ ਆਖਰੀ ਪਾਰੀ ਹੈ, ਹੋ ਸਕਦਾ ਕਿ ਆਖਰੀ ਪਾਰੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਉਹ ਆਪਣੀ ਆਖਰੀ ਪਾਰੀ ਖੇਡ ਰਹੇ ਨੇ, ਔਰ ਆਖਰੀ ਪਾਰੀ ਇਹ ਕਹਿੰਦੇ ਹੋਣਗੇ ਹੁਣ ਤਾਂ ਮੈਂ ਤਾਂ ਡੁੱਬਿਆ, ਇਹਨਾਂ ਨੂੰ ਵੀ ਡੋਬੂੰਗਾ, ਇਹਨਾਂ ਨੂੰ ਵੀ ਮੈਂ, ਮਤਲਬ ਜੇ ਮੈਂ ਆਪ ਨਹੀਂ ਬਣ ਸਕੂੰਗਾ ਮੁੱਖ ਮੰਤਰੀ ਤਾਂ ਇਹਨਾਂ ਨੂੰ ਵੀ ਮੈਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣ ਦੇਵਾਂਗਾ। ਇਹ ਕਿਤੇ ਨਾ ਕਿਤੇ ਸੋਚ ਜਿਹੜੀ ਹੈਗੀ ਹੈ ਕੈਪਟਨ ਸਾਹਿਬ ਦੀ ਝਲਕ ਰਹੀ ਹੈ। ਸੋ ਇਹਦਾ ਨੁਕਸਾਨ ਮੈਨੂੰ ਲੱਗਦਾ ਹੈ ਕਿ ਪਾਰਟੀ ਨੂੰ ਤਾਂ, ਕਾਂਗਰਸ ਨੂੰ ਤਾਂ ਹੋਣਾ ਹੀ ਹੋਣਾ। ਇਹਦੇ ਨਾਲ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਨੁਕਸਾਨ ਹੋਏਗਾ। ਉਹਨਾਂ ਦੀ ਜਿਹੜੀ ਪੋਪੂਲੈਰਿਟੀ ਹੈ, ਜਾਂ ਲੋਕ ਉਹਨਾਂ ਨੂੰ ਚੰਗਾ ਸਮਝਦੇ ਸੀ, ਉਹ ਗ੍ਰਾਫ ਜਿਹੜਾ ਹੈਗਾ ਹੌਲੀ ਹੌਲੀ ਗਿਰ ਰਿਹਾ ਹੈ, ਔਰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਗਿਰੇਗਾ। ਸੋ ਇਹਦੇ ਨਾਲ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਜਿਹੜੀ 22 ਦੀ ਇੱਕ ਸੁਪਨਾ ਲੈ ਰਹੇ ਸੀ ਕੈਪਟਨ ਸਾਹਿਬ, ਉਹ ਸੁਪਨੇ ਦੇ ਉੱਤੇ ਪਾਣੀ ਫਿਰਦਾ ਨਜ਼ਰ ਆ ਰਿਹਾ। ਸੁਖਵਿੰਦਰ ਜੀ, ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਹੋਣਾ ਨੇ ਕਿਹਾ ਕਿ ਖਬਰ ਪਲਾਂਟ ਕਰ ਦਿੱਤੀ ਗਈ, ਕਹਿੰਦੇ ਚਰਨਜੀਤ ਸਿੰਘ ਚੰਨੀ ਨੂੰ ਵੀ ਹੁਣ ਵਿੱਚ ਘੇਰਿਆ ਜਾ ਰਿਹਾ ਹੈ। ਥੋੜੀ ਦੇਰ ਪਹਿਲਾਂ ਆਪਾਂ ਦੇਖਿਆ ਕਿ ਵੂਮਨ ਕਮਿਸ਼ਨ ਜਿਹੜਾ ਪੰਜਾਬ ਹੈ ਉਹਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ IAS ਅਫਸਰ ਨੂੰ, ਜਿਹੜੀ ਮਹਿਲਾ ਸੀ, ਉਹਨੂੰ ਜੋ ਕੁਝ ਮੈਸੇਜ ਘੱਲੇ ਗਏ ਸੀ, ਉਦੋਂ ਮਸਲਾ ਕਹਿੰਦੇ ਰਫਾ ਦਫਾ ਹੋ ਗਿਆ ਸੀ। ਹੁਣ ਫੇਰ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਘੇਰਨਾ, ਇਹਨੂੰ ਕਿੱਦਾਂ ਦੇਖਦੇ ਹੋ? ਸੁਖਵਿੰਦਰ ਜੀ ਦੇਖੋ, ਆਪਾਂ ਕਹਿੰਦੇ ਆ ਕਿ ਕਿਸੇ ਵੀ ਮੁਲਕ ਦੇ ਵਿੱਚ, ਕਿਸੇ ਵੀ ਸਟੇਟ ਦੇ ਵਿੱਚ ਔਰਤਾਂ ਦਾ ਇੱਜ਼ਤ ਮਾਣ ਜਿਹੜੀ ਹੈਗੀ ਆ ਹੋਣਾ ਚਾਹੀਦਾ। ਖਾਸ ਤੌਰ ਤੇ ਜਿਸ ਤਰ੍ਹਾਂ ਦੀਆਂ ਸਾਡੀਆਂ ਅਧਿਕਾਰੀ ਔਰਤਾਂ ਨੇ, ਮਾਨਯੋਗ ਔਰਤਾਂ ਨੇ, ਉਹਨਾਂ ਦੀ ਇੱਜ਼ਤ ਮਾਣ ਹੋਣਾ ਜ਼ਰੂਰੀ ਹੈ। ਪਰ ਕੀ ਮੈਂ ਇਹ ਪੁੱਛਣਾ ਚਾਹੁੰਦਾ ਇਸ ਵੇਲੇ, ਅੱਜ ਵੱਡਾ ਸਵਾਲ ਇਹ ਹੈ ਕਿ ਜਦੋਂ ਇਹ ਮਸਲਾ ਉੱਠਿਆ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ, ਉਦੋਂ ਕਿਉਂ ਨਹੀਂ ਇਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਗਿਆ? ਉਦੋਂ ਕਿਉਂ ਇਹ ਫੈਸਲਾ ਨਹੀਂ ਲਿਆ ਗਿਆ ਜਿਹੜਾ ਅੱਜ ਲੈਣ ਦੀ ਲੋੜ ਪੈ ਰਹੀ ਹੈ? ਇਹਦਾ ਮਤਲਬ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਨੇ ਵੱਖਰੀਆਂ ਮੀਟਿੰਗਾਂ ਕੀਤੀਆਂ ਔਰ ਵੱਖਰੇ ਉਹਨਾਂ ਨੇ ਮੁੱਦੇ ਉਠਾਏ, ਔਰ ਕਿਤੇ ਨਾ ਕਿਤੇ ਜਦੋਂ ਕੈਪਟਨ ਸਾਹਿਬ ਨੂੰ ਲੱਗਦਾ ਹੈ ਕਿ ਮੇਰੇ ਵਿਰੋਧ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਨੇ, ਉਹਦਾ ਕੀ ਬਦਲਾ ਲੈਣ ਦੀ ਕੋਸ਼ਿਸ਼ ਹੈ। ਸੋ ਇਸ ਕਰਕੇ ਇਹ ਜਿਹੜੀ ਹੈਗੀ ਹੈ ਇਦਾਂ ਦੀ ਸਿਆਸਤ, ਇਹਦੇ ਨਾਲ ਕਾਂਗਰਸ ਦਾ ਵੀ ਨੁਕਸਾਨ ਹੈ। ਇਹਦੇ ਨਾਲ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਦਾ ਤਾਂ ਹੋਣਾ ਹੀ ਹੋਣਾ। ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੀ, ਉਹਨੂੰ ਵੀ ਮੈਨੂੰ ਤਾਂ ਲੱਗਦਾ ਕਿ ਇਸ ਵੇਲੇ ਇੰਟਰਵੀਨ ਕਰਨ ਦੀ ਲੋੜ ਹੈ। ਉਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਇਸ ਵੇਲੇ ਦਿੱਲੀ ਬੈਠੀ ਹੈ,
ਕੋਈ ਫੈਸਲਾ ਨਹੀਂ ਲੈ ਰਹੀ, ਉਹਨਾਂ ਨੂੰ ਵੀ ਘੱਟੋ ਘੱਟ ਇਹਨਾਂ ਸਾਰੇ ਧਿਰਾਂ ਨੂੰ ਸਮਝਾ ਕੇ ਇਸ ਵੇਲੇ ਗੱਲਬਾਤ ਜਿਹੜੀ ਹੈਗੀ ਆ ਉਹ ਸਮਝਾਉਣੀ ਚਾਹੀਦੀ ਹੈ। ਜੇ ਇੱਕ ਤੋਂ ਬਾਅਦ ਇੱਕ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਹੁਣ ਚੰਨੀ ਸਾਹਿਬ ਦਾ ਉਹਨਾਂ ਨੇ ਪੁਰਾਣੇ ਗੱਲਾਂ ਜਿਹੜੀਆਂ ਸੀਗੀਆਂ ਉਹ ਕੱਢ ਲਈਆਂ, ਇਸ ਤੋਂ ਬਾਅਦ ਉਹ ਸੁੱਖੀ ਰੰਧਾਵਾ ਨੂੰ ਕਹਿਣਗੇ, ਫਿਰ ਬਾਜਵਾ ਹੋਰਾਂ ਦੀ ਕੋਈ ਜਿਹੜੀ ਹੈਗੀ ਹੈ ਫਾਈਲ ਕੱਢ ਲੈਣਗੇ, ਫਿਰ ਤੁਸੀਂ ਦੇਖੋਗੇ ਕਿ ਹੋਰ ਜਿਹੜੇ ਵੱਡੇ ਲੀਡਰ ਨੇ ਇਹਨਾਂ ਦੇ, ਉਹਨਾਂ ਦੀਆਂ ਫਾਈਲਾਂ ਕਿੰਨੀਆਂ ਕੁ ਤੁਸੀਂ ਕੱਢੀ ਜਾਓਗੇ। ਸੋ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਲੜਾਈ ਜਿਹੜੀ ਹੈਗੀ ਹੈ ਉਹਦੇ ਵਿੱਚ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ, ਇਸ ਵੇਲੇ ਬੁਨਿਆਦੀ ਮੁੱਦੇ ਕੀ ਨੇ, ਚਾਹੇ ਉਹ ਬਰਗਾੜੀ ਕਾਂਡ ਦਾ ਮਸਲਾ ਹੋਵੇ, ਚਾਹੇ ਕੋਟਕਪੂਰਾ ਗੋਲੀ ਕਾਂਡ ਦਾ ਮਸਲਾ ਹੋਵੇ, ਚਾਹੇ ਨਸ਼ਿਆਂ ਦੀ ਤਸਕਰੀ ਦਾ ਮਸਲਾ ਹੋਵੇ, ਕਿਸਾਨਾਂ ਦੀ ਕਰਜ਼ਾ ਮਾਫੀ ਦਾ ਮਸਲਾ ਹੋਵੇ, ਹੋਰ ਇਸ ਵੇਲੇ ਭਖਦੇ ਮੁੱਦੇ ਨੇ ਪੰਜਾਬ ਦੇ, ਉਹਨਾਂ ਦੇ ਉੱਤੇ ਸਿਆਸਤ ਕਿਉਂ ਨਹੀਂ ਹੋ ਰਹੀ। ਇਦਾਂ ਦੀ ਜਿਹੜੀ ਸੌੜੀ ਸਿਆਸਤ ਹੈ, ਇੱਕ ਘਟੀਆ ਸਿਆਸਤ ਜਿਹੜੀ ਹੈਗੀ ਹੈ ਉਦੋਂ ਇਹ ਹੁੰਦੀ ਹੈ ਜਦੋਂ ਤੁਹਾਡੇ ਕੋਲੇ ਸਾਰੇ ਪਾਸੇ ਰਸਤੇ ਬੰਦ ਹੋ ਜਾਣ। ਸੋ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਗਲਤ ਰਸਤੇ ਤੇ ਚਲੇ ਜਾ ਰਹੇ ਨੇ, ਉਹਨਾਂ ਨੂੰ ਇਹਦਾ ਖਮਿਆਜਾ ਹੋ ਸਕਦਾ ਕਿ 22 ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ। ਸੋ ਚੰਨੀ ਸਾਹਿਬ ਦਾ ਜਿਹੜਾ ਮਸਲਾ ਤੁਸੀਂ ਕਹਿ ਰਹੇ ਹੋ, ਚੰਨੀ ਸਾਹਿਬ ਦਾ ਮਸਲਾ ਤਾਂ ਉਦੋਂ ਹੀ ਹੱਲ ਹੋ ਜਾਣਾ ਚਾਹੀਦਾ ਸੀਗਾ, ਇਹਨੂੰ ਲਟਕਾਉਣਾ ਤਾਂ ਹੁਣ ਜਿਹੜਾ ਹੈਗਾ, ਹੁਣ ਜੇ ਇਹ ਫਾਈਲਾਂ ਕੱਢਣਗੇ, ਹੁਣ ਇਹ ਲੱਗਦਾ ਵੀ ਇਹ ਬਦਲਾ ਲਊ ਸਿਆਸਤ ਹੈ, ਇਹ ਆਪਣਿਆਂ ਤੋਂ ਹੀ ਬਦਲਾ ਲੈਣ ਦੀ ਕੋਸ਼ਿਸ਼ ਹੈ। ਇਹ ਇਦਾਂ ਦੀ ਜਿਹੜੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕਾਨੂੰਨ ਦੇ ਮੁਤਾਬਕ ਕਾਨੂੰਨ ਦਾ ਰਾਜ ਜਿਹੜਾ ਹੈਗਾ ਉਹ ਜ਼ਿਆਦਾ ਇੰਪੋਰਟੈਂਟ ਹੋਣਾ ਚਾਹੀਦਾ, ਨਾ ਕਿ ਜਿਹੜਾ ਹੈਗਾ ਸੌੜੀ ਸਿਆਸਤ ਦਾ। ਸੌੜੀ ਸਿਆਸਤ ਚੋਂ ਅੱਜ ਤੱਕ ਕਿਸੇ ਦਾ ਕੁਝ ਨਹੀਂ ਨਿਕਲਿਆ। ਜੀ ਸੁਖਵਿੰਦਰ ਜੀ। ਸੁਖਜਿੰਦਰ ਰੰਧਾਵਾ ਉਹਨਾਂ ਨੇ ਜਿਸ ਤਰੀਕੇ ਨਾਲ ਕਿਹਾ ਕਿ ਵਿਜੀਲੈਂਸ ਦੀ ਜਿਹੜੀ ਦੁਰਵਰਤੋਂ ਹੈ ਜਾਂ ਵਿਜੀਲੈਂਸ ਨੂੰ ਜਿਵੇਂ ਵਰਤਿਆ ਜਾਂਦਾ ਹੈ, ਉਹਨਾਂ ਨੇ ਵੀ ਬੜੀਆਂ ਨਵੀਆਂ ਪੁਰਾਣੀਆਂ ਗੱਲਾਂ ਦੇ ਨਾਲ ਕੈਪਟਨ ਸਾਹਿਬ ਨੂੰ ਸ਼ਾਇਦ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਜੀ, ਤੁਸੀਂ ਦੇਖੋਗੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੇਲੇ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਨੇ ਗਿਆਨੀ ਜ਼ੈਲ ਸਿੰਘ ਦੇ ਉੱਤੇ CBI ਰੇਡ ਪਾਈ ਸੀਗੀ, ਉਹਦੇ ਚੋਂ ਕੁਝ ਨਹੀਂ ਨਿਕਲਿਆ। ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕਾਂ ਨੇ CBI ਦੇ ਇੱਕ ਦੂਜੇ ਜਿਹੜੇ ਫਾਇਦੇ ਨੁਕਸਾਨ ਆਪਾਂ ਨੂੰ ਪਤਾ ਹੈ ਕਿ ਲਏ ਨੇ। ਔਰ ਜਿਵੇਂ ਸੈਂਟਰ CBI ਨੂੰ ਆਪਾਂ ਨੂੰ ਪਤਾ ਹੈ ਕਿ ਅਸੀਂ ਉਹਨੂੰ ਤੋਤਾ ਕਹਿੰਦੇ ਆ ਕਿ ਸੈਂਟਰ ਦਾ ਤੋਤਾ ਹੈ CBI ਤੋਤਾ ਬਣਦੀ ਹੈ। ਸੋ ਇਸੇ ਤਰ੍ਹਾਂ ਵਿਜੀਲੈਂਸ ਜਿਹੜੀ ਹੈਗੀ ਆ ਉਹ ਸਟੇਟ ਦਾ ਤੋਤਾ ਬਣੀ ਹੋਈ ਹੈ। ਸੋ ਇਹ ਗੱਲਾਂ ਸਾਰਿਆਂ ਨੂੰ ਪਤਾ ਹੈ, ਪਰ ਇਸ ਵੇਲੇ ਜਿਹੜਾ ਹੈਗਾ, ਇਸ ਵੇਲੇ ਮੈਂ ਇਹੀ ਗੱਲ ਕਹਿਣਾ ਕਿ ਇਸ ਵੇਲੇ ਕੈਪਟਨ ਸਾਹਿਬ ਨੂੰ ਤਾਂ ਜਿਹੜੇ ਸਵਾਲ ਉੱਠ ਰਹੇ ਸੀ ਉਹਨਾਂ ਦੇ ਉੱਤੇ, ਚਾਹੇ ਬਰਗਾੜੀ ਕਾਂਡ ਦਾ ਹੋ ਰਿਹਾ ਹੋਵੇ, ਚਾਹੇ ਉਹਨਾਂ ਦੇ ਹੋਰ ਜਿਹੜੇ ਬੁਨਿਆਦੀ ਮਸਲੇ ਸੀ ਪੰਜਾਬ ਦੇ, ਉਹ ਮਸਲੇ ਹੱਲ ਕਰਨ ਲਈ ਪ੍ਰੈਸ਼ਰ ਬਣ ਰਿਹਾ ਹੋਵੇ, ਉਹਨਾਂ ਦੀ ਨੂੰ ਹੱਲ ਕਰਨ ਦੀ ਬਜਾਏ, ਉਹ ਮੁੱਦੇ ਸੈਂਟਰਲ ਕਰਨ ਦੀ ਬਜਾਏ, ਇਸ ਵੇਲੇ ਕਰੋਨਾ ਕਰਕੇ ਪੂਰਾ ਮੁਲਕ ਕੀ ਇਸ ਵੇਲੇ ਪੰਜਾਬ ਜਿਹੜਾ ਹੈਗਾ ਤਰਾ ਕਰ ਰਿਹਾ ਸੁਖਵਿੰਦਰ ਜੀ, ਆਪਾਂ ਸਾਰੇ ਜਾਣਦੇ ਹਾਂ। ਔਰ ਉਹਨਾਂ ਦਾ ਆਪਣਾ ਸ਼ਹਿਰ ਪਟਿਆਲਾ ਕੈਪਟਨ ਸਾਹਿਬ ਦਾ, ਜਿਹਦੇ ਵਿੱਚ ਸਭ ਤੋਂ ਵੱਧ ਡੈਥਸ ਜਿਹੜੀਆਂ ਨੇ ਹੋ ਰਹੀਆਂ ਨੇ, ਉੱਥੇ ਜਿਹੜਾ ਹੈਗਾ ਲੋਕਾਂ ਨੂੰ ਵੈਂਟੀਲੇਟਰ ਨਹੀਂ ਮਿਲ ਰਹੇ, ਲੋਕਾਂ ਨੂੰ ਬੈੱਡਸ ਨਹੀਂ ਮਿਲ ਰਹੇ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ। ਸੋ ਉਹ ਕਿੱਥੇ ਤਾਂ ਉੱਥੇ ਸਾਰਾ ਧਿਆਨ ਹੋਣਾ ਚਾਹੀਦਾ ਸੀਗਾ, ਕਿੱਥੇ ਇਹਨਾਂ ਨੇ ਲਾਤਾ ਕਿ ਵੱਖ-ਵੱਖ ਏਜੰਸੀਆਂ ਨੂੰ ਵੱਖ-ਵੱਖ ਲੀਡਰਾਂ ਦੇ ਪਿੱਛੇ ਲਾ ਦਿਓ ਤੇ ਲੋਕਾਂ ਦਾ ਧਿਆਨ ਭਟਕਾ ਦਿਓ ਤੇ ਆਪਣੀ ਜਿਹੜੀ ਹੈਗੀ ਸਿਆਸਤ ਚਮਕਾਓ। ਇਹ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਇੱਕ ਸੌੜੀ ਸਿਆਸਤ ਹੈ, ਔਰ ਇਹਦੇ ਵਿੱਚੋਂ ਕੈਪਟਨ ਸਾਹਿਬ ਦਾ ਜਿਹੜਾ ਗ੍ਰਾਫ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗਿਰ ਜਾਏਗਾ, ਹੋਰ ਕਮਜ਼ੋਰ ਹੋਣਗੇ ਔਰ ਇਕੱਲੇ ਰਹਿ ਜਾਣਗੇ ਫਿਰ ਨੂੰ। ਜੀ, ਜਿਵੇਂ ਪ੍ਰਤਾਪ ਸਿੰਘ ਬਾਜਵਾ ਹੁਣੀ ਵੀ ਹੁਣ ਇਹਨਾਂ ਦੀ ਜਿਹੜੇ ਸਿੱਧੂ ਸਾਹਿਬ ਲਾ ਲਓ ਜਾਂ ਪ੍ਰਗਟ ਸਿੰਘ ਨੇ ਜੋ ਕੁਝ ਕਿਹਾ, ਉਹਨਾਂ ਦੀ ਪਿੱਠ ਤੇ ਆ ਕੇ ਖੜੇ ਨੇ। ਬਾਜਵਾ ਸਾਹਿਬ ਕਹਿੰਦੇ ਨੇ ਕਿ ਜੇ ਹੁਣ ਉਹਨਾਂ ਨੂੰ ਸਵਾਲ ਹੁੰਦਾ ਕਿ ਜੇ ਤੁਹਾਡੇ ਵੱਲ ਆ ਜਾਣ ਜਾਂ ਤੁਹਾਡੀਆਂ ਫਾਈਲਾਂ ਖੋਲ ਦੇਣ, ਤੁਹਾਨੂੰ ਇਹੋ ਜਿਹਾ ਕਹਿਣ, ਉਹ ਕਹਿੰਦੇ ਪਹਿਲੀ ਗੱਲ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਕਹਿੰਦੇ ਜੇ ਕੋਈ ਆਉਂਦਾ ਹੈ ਤਾਂ ਕਹਿੰਦੇ ਫਿਰ ਉਹੀ ਹਾਲ ਹੋਏਗਾ ਜਿਹੜਾ ਅੱਜ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਜੋ ਕੁਝ ਦੇਖ ਰਿਹਾ ਕਿ ਮਿਜ਼ਾਈਲਾਂ ਜਿਵੇਂ ਚੱਲ ਰਹੀਆਂ ਨੇ, ਕਹਿੰਦੇ ਉਹ ਹਾਲ ਹੋਣਾ ਫਿਰ ਆਉਣ ਦੀ। ਮਤਲਬ ਕਿ ਜਿਵੇਂ ਪ੍ਰਗਟ ਸਿੰਘ ਨੇ ਕਿਹਾ ਕਿ ਜਿਹਦੀਆਂ ਲੱਤਾਂ ਭਾਰ ਝੱਲਦੀਆਂ ਉਹੀ ਅਫਸਰ ਆਏ, ਤੇ ਉਵੇਂ ਪ੍ਰਤਾਪ ਸਿੰਘ ਬਾਜਵਾ ਵੀ ਹੁਣ ਖੁੱਲ ਕੇ ਬੋਲ ਰਹੇ ਨੇ। ਕਹਿੰਦੇ ਜਿੱਥੇ ਸਰਕਾਰ ਚੰਗਾ ਕਰਦੀ ਹੈ ਅਸੀਂ ਸਰਕਾਰ ਨੂੰ ਸਲਾਹੁੰਦੇ ਰਹੇ ਹਾਂ, 4.5 ਸਾਲਾਂ ਦੇ ਵਿੱਚ ਕਹਿੰਦੇ ਸਾਨੂੰ ਖੁੰਝੇ ਲਾ ਕੇ ਰੱਖਿਆ, ਸਾਡੀ ਸੁਣਵਾਈ ਨਹੀਂ ਹੋਈ, ਤੇ ਹੁਣ ਜਿਹੜਾ ਜੇ ਇਹੋ ਜਿਹੇ ਹੱਥਕੰਡੇ ਅਪਣਾਉਣੇ ਨੇ ਤੇ ਅਸੀਂ ਖੁੱਲ ਕੇ ਆਉਣ ਨੂੰ ਤਿਆਰ ਬੈਠੇ ਹਾਂ। ਸੁਖਵਿੰਦਰ ਜੀ, ਮੈਨੂੰ ਲੱਗਦਾ ਕਿ ਹੁਣ ਬਾਜਵਾ ਸਾਹਿਬ ਅੱਛੀ ਗੱਲ ਹੈ ਕਿ ਉਹ ਸਾਹਮਣੇ ਆਏ ਨੇ। ਇਸ ਤੋਂ ਬਾਅਦ ਹੋ ਸਕਦਾ ਦੁੱਲੋ ਸਾਹਿਬ ਆ ਜਾਣ, ਇਸ ਤੋਂ ਬਾਅਦ ਹੋ ਸਕਦਾ ਕਿ ਦੂਜੇ ਵੀ MLA ਸਾਹਿਬਾਨ ਆ ਜਾਣ। ਆਪਾਂ ਨੂੰ ਪਤਾ ਹੈ ਕਿ ਲਗਭਗ 4 ਸਾਲਾਂ ਤੋਂ ਪੰਜਾਬ ਦੀ ਕਾਂਗਰਸ ਦੇ ਵਿੱਚ ਲਗਾਤਾਰ ਕੈਪਟਨ ਸਾਹਿਬ ਦੇ ਵਿਰੁੱਧ ਜਿਹੜਾ ਹੈਗਾ ਆਵਾਜ਼ ਉੱਠਦੀ ਰਹੀ ਹੈ। ਤੁਸੀਂ ਵੀ ਸਮੇਂ-ਸਮੇਂ ਤੇ ਲੋਕ ਜਿਹੜੇ ਨੇ, ਚਾਹੇ MLA ਸਾਹਿਬਾਨ ਹੋਣ ਚਾਹੇ ਮਿਨਿਸਟਰ ਸਾਹਿਬਾਨ ਹੋਣ, ਉਹ ਉਠਾਉਂਦੇ ਰਹੇ ਨੇ। ਇੱਥੋਂ ਤੱਕ ਕਿ ਪਿਛਲੇ ਦਿਨਾਂ ਦੇ ਵਿੱਚ ਦੋ ਵੱਡੇ ਲੀਡਰਾਂ ਨੇ ਅਸਤੀਫਾ ਵੀ ਦਿੱਤਾ ਔਰ ਉਹ ਅਸਤੀਫਾ ਨਾ ਮਨਜ਼ੂਰ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਸਭ ਅੱਛਾ ਨਹੀਂ ਚੱਲ ਰਿਹਾ। ਇਹਨਾਂ ਦੀ ਜਿਹੜੀ ਆਪਸੀ ਕਾਟੋ ਕਲੇਸ਼ ਹੈ ਉਹਦੇ ਕਰਕੇ ਜਿੱਥੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਮੈਨੂੰ ਲੱਗਦਾ ਕਿ ਕਾਂਗਰਸ ਦਾ ਸਭ ਤੋਂ ਵੱਧ ਨੁਕਸਾਨ ਇਸ ਵੇਲੇ ਹੋ ਰਿਹਾ, ਔਰ ਆਪਣੇ ਦੌਰ ਦੇ ਸਭ ਤੋਂ ਮਾੜੇ ਦੌਰ ਦੇ ਵਿੱਚ ਇਸ ਵੇਲੇ ਕੈਪਟਨ ਸਾਹਿਬ ਗੁਜ਼ਰ ਰਹੇ ਨੇ।
ਉਹਨਾਂ ਦੀ ਪੋਜੀਸ਼ਨ ਨਾ ਤਾਂ ਉਹਨਾਂ ਨੂੰ ਉੱਪਰ ਕੋਈ ਜਿਹੜੀ ਇਹਨਾਂ ਦੀ ਸੈਂਟਰ ਕਮੇਟੀ ਹੈ, ਉੱਪਰਲੀ ਜਿਹੜੀ ਲੀਡਰਸ਼ਿਪ ਹੈ, ਉਹ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਉੱਥੇ ਸੋਨੀਆ ਜੀ ਇਹਨਾਂ ਨੂੰ ਨਹੀਂ ਪੁੱਛ ਰਹੇ, ਨਾ ਹੀ ਇਹਨਾਂ ਨੂੰ ਥੱਲੇ ਜਿਹੜੇ ਹੈਗੇ ਆ ਥੱਲੜੇ ਜਿਹੜੇ ਲੋਕ ਨੇ ਉਹਨਾਂ ਦੇ ਅੰਡਰ ਕੰਮ ਕਰ ਰਹੇ ਨੇ, ਨਾ ਹੀ ਉਹਨਾਂ ਦੀ ਪੁੱਛਗਿੱਛ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਬਜਾਏ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਉਹਨਾਂ ਨੂੰ ਸਹੀ ਕਰਨ ਦੇ ਲਈ, ਜਿਨ੍ਹਾਂ ਕਰਕੇ ਕੈਪਟਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਸੀਗਾ, ਮੁੱਖ ਮੰਤਰੀ ਦੀ ਕੁਰਸੀ ਦਿੱਤੀ ਸੀਗੀ, ਉਹ ਉਹਨਾਂ ਨੂੰ ਹੱਲ ਕਰਨੇ ਚਾਹੀਦੇ ਨੇ, ਔਰ ਨਾ ਕਿ ਜਿਹੜੇ ਇਦਾਂ ਦੀਆਂ ਜਿਹੜੀਆਂ ਨੇ ਸੌੜੀ ਸਿਆਸਤ ਜਿਹੜੀ ਹੈਗੀ ਹੈ, ਇਦਾਂ ਦੇ ਜਿਵੇਂ ਪ੍ਰਤਾਪ ਸਿੰਘ ਬਾਜਵਾ, ਮੈਨੂੰ ਨਹੀਂ ਲੱਗਦਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਏਡੇ ਵੱਡੇ ਕੋਈ ਡਿਸੀਜਨ ਲੈ ਪਾਣਗੇ ਕਿ ਉਹ ਚਾਹੇ ਉਹ ਚੰਨੀ ਜੀ ਹੋਣ, ਚਾਹੇ ਪ੍ਰਗਟ ਸਿੰਘ ਹੋਣ, ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਦਾ ਵੀ ਕੋਈ ਵਾਲ ਵਿੰਗਾ ਨਹੀਂ ਹੋਏਗਾ, ਕਿਉਂਕਿ ਇਸ ਵੇਲੇ ਇਹਨਾਂ ਦੀ ਪੋਜੀਸ਼ਨ ਨਹੀਂ ਹੈ। ਸੁਖਵਿੰਦਰ ਜੀ ਜਿਹੜੀ ਗੱਲ ਸਮਝਣ ਦੀ ਹੈ ਕਿ ਇਸ ਵੇਲੇ ਕੈਪਟਨ ਸਾਹਿਬ ਉਸ ਪੋਜੀਸ਼ਨ 'ਚ ਨਹੀਂ ਹੈਗੇ ਕਿ ਉਹ ਵੱਡੇ ਡਿਸੀਜਨ ਲੈ ਕੇ ਵੱਡੇ ਆਪਣੇ ਹੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ, ਕਾਂਗਰਸ ਦੇ ਆਪਣੇ ਹੀ ਮੰਤਰੀ ਨੇ, ਆਪਣੇ ਹੀ ਉਹ ਜਿਹੜੇ ਨੇ MLA ਸਾਹਿਬਾਨ ਨੇ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਾਉਣ। ਇਹ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ, ਹਾਂ ਕੁਝ ਦੇਰ ਸ਼ੋਰ ਸ਼ਰਾਬਾ ਜ਼ਰੂਰ ਹੋਊਗਾ, ਪਰ ਇਹ ਜੋ ਨਿਕਲਣਾ ਕੁਝ ਨਹੀਂ ਹੈ। ਜੀ ਸਵਾਲ ਜਿਹੜੇ ਕੈਪਟਨ ਸਰਕਾਰ ਤੇ ਇਹ ਵੀ ਉੱਠਦੇ ਨੇ, ਕਾਂਗਰਸੀ ਵਿੱਚੋਂ ਹੀ ਕਹਿ ਰਹੇ ਨੇ, ਵੱਡੇ ਲੀਡਰ ਉਹਨਾਂ ਦੇ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਅੱਜ ਤੱਕ ਬਾਦਲਾਂ ਦੇ ਖਿਲਾਫ ਕਿਹੜੀ ਕਾਰਵਾਈ ਖੁੱਲ ਕੇ ਕੀਤੀ? ਉਹਨਾਂ ਦੀਆਂ ਫਾਈਲਾਂ ਖੋਲਣ ਦੀ ਥਾਂ ਤੇ ਤੁਸੀਂ ਆਪਣਿਆਂ ਦੀਆਂ ਹੀ ਖੋਲਣ ਲੱਗੇ। ਤੁਹਾਨੂੰ ਉਧਰਲੇ ਪਾਸੇ ਦੇਖਣਾ ਚਾਹੀਦਾ ਸੀਗਾ ਕਿ ਕਿੱਥੇ ਕਿੱਥੇ ਕਪੜੇ ਹੋ ਰਹੇ ਨੇ। ਜੀ ਮੈਂ ਇਹੀ ਗੱਲ ਕਹਿ ਰਿਹਾ ਕਿ ਇਸ ਵੇਲੇ ਬਰਗਾੜੀ ਕਾਂਡ ਦਾ ਹੋਵੇ, ਚਾਹੇ ਕੋਟਕਪੂਰਾ ਗੋਲੀ ਕਾਂਡ ਹੈ, ਉਹ ਤਾਂ ਤੁਸੀਂ ਉਹਨਾਂ ਦੀਆਂ ਫਾਈਲਾਂ ਤਾਂ ਬੰਦ ਕਰਾਤੀਆਂ। ਉਹਨਾਂ ਦਾ ਜਿਹੜਾ ਹੈਗਾ ਅਦਾਲਤ ਜਿਹੜੀ ਹੈਗੀ ਆ, ਸਿੱਟਾਂ ਜਿਹੜੀਆਂ ਬਣੀਆਂ ਉਹ ਬੇਸਿੱਟਾ ਰਹੀਆਂ ਨੇ ਹੁਣ ਤੱਕ। ਕਿੱਥੇ ਤਾਂ ਉਹਨਾਂ ਦੇ ਉੱਤੇ ਕੋਸ਼ਿਸ਼ ਕਰਨੀ ਚਾਹੀਦੀ। ਇਹੀ ਮੈਂ ਪਹਿਲਾਂ ਸ਼ੁਰੂ 'ਚ ਵੀ ਕਿਹਾ ਸੀਗਾ ਕਿ ਕਿੱਥੇ ਉਹਨਾਂ ਨੇ ਹੁਣ ਜਾਣ ਕੇ ਖਲਾਰਾ ਪਾ ਲਿਆ ਕਿ ਕਿਉਂਕਿ ਮੈਂ ਐਕਸਪੋਜ਼ ਹੋ ਚੁੱਕਿਆ, ਮੇਰਾ ਜਿਹੜਾ ਨੈਕਸਸ ਹੈ ਬਾਦਲਾਂ ਦੇ ਨਾਲ ਕੈਪਟਨ ਸਾਹਿਬ ਦਾ, ਉਹਨਾਂ ਨੂੰ ਲੱਗਦਾ ਹੈ ਕਿ ਉਹ ਐਕਸਪੋਜ਼ ਹੋ ਚੁੱਕਿਆ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਸ ਨੂੰ ਘੁਮਾ ਦਿਓ, ਇਹ ਸਾਰੀ ਗੇਮ ਨੂੰ ਕਿਸੇ ਦੂਜੇ ਪਾਸੇ ਸ਼ਿਫਟ ਕਰ ਦਿਓ। ਜਿਵੇਂ ਬਰਗਾੜੀ ਵਾਲੇ ਮਾਮਲੇ ਦੇ ਵਿੱਚ 6 ਮੁਲਜ਼ਮਾਂ ਨੂੰ ਫੇਰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ, ਅਦਾਲਤ 'ਚ ਕਹਿੰਦੇ ਪੇਸ਼ ਕੀਤਾ ਜਾਣਾ, ਤੇ ਉਹਦੇ ਵਿਚਾਲੇ ਦੂਜੇ ਪਾਸੇ ਇੱਕ ਹੋਰ ਵਹਿਬਲ ਮਾਮਲੇ ਦੇ ਵਿੱਚ ਜਿਹੜੀ SIT ਬਣਾ ਦਿੱਤੀ ਗਈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਹੋ ਰਹੀ ਹੈ, ਪਰ ਉਹ ਸਭ ਕੁਝ ਪੁੱਠਾ ਪੈ ਰਿਹਾ ਜੋ ਕੁਝ ਸਰਕਾਰ ਜਾਂ ਕੈਪਟਨ ਸਾਹਿਬ ਜੋ ਕੁਝ ਫੈਸਲੇ ਲੈ ਰਹੀ ਹੈ? ਸੁਖਵਿੰਦਰ ਜੀ ਦੇਖੋ, ਆਪਾਂ ਇੱਕ ਨਾ ਕਹਾਣੀ ਹੈ ਮੁਨਸ਼ੀ ਪ੍ਰੇਮਚੰਦ ਜੀ ਦੀ 98 ਕੇ ਚੋਰ, ਕਿ ਉਹਨਾਂ ਨੂੰ ਤਾਂ ਤੁਸੀਂ ਜਿਹੜੇ ਛੋਟੇ ਛੋਟੇ ਨੇ ਉਹਨਾਂ ਨੂੰ ਤਾਂ ਤੁਸੀਂ ਫੜ ਕੇ ਜੇਲ੍ਹਾਂ 'ਚ ਦੇਣ ਜਾਂਦੇ ਹੋ, ਪਰ ਜਿਹੜੇ ਵੱਡੇ ਮਗਰਮੱਛ ਨੇ, ਲੋਕਾਂ ਦਾ ਕੀ ਭਰੋਸਾ ਕਦੋਂ ਜਾਗੇਗਾ ਕੈਪਟਨ ਸਾਹਿਬ ਤੇ? ਉਹ ਉਦੋਂ ਹੀ ਜਾਗੇਗਾ ਜਦੋਂ ਵੱਡੇ ਮਗਰਮੱਛ, ਚਾਹੇ ਉਹ ਨਸ਼ੇ ਨਾਲ ਸੰਬੰਧਿਤ ਹੋਣ, ਚਾਹੇ ਬਰਗਾੜੀ ਕਾਂਡ ਨਾਲ ਸੰਬੰਧਿਤ ਹੋਣ, ਚਾਹੇ ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਿਤ ਹੋਣ, ਜਿੰਨੀ ਦੇਰ ਇਹਨਾਂ ਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਜਿਹੜੀਆਂ ਨੇ, ਵੱਡੇ ਚਿਹਰੇ ਜਿਹੜੇ ਨੇ, ਵੱਡੇ ਮਗਰਮੱਛ ਜਿਹੜੇ ਨੇ, ਉਹ ਤੁਸੀਂ ਨਹੀਂ ਫੜੋਗੇ ਉਹਨਾਂ ਨੂੰ। ਜੋ ਤੁਸੀਂ ਆਪ ਕਿਹਾ ਹੈ, ਕੈਪਟਨ ਸਾਹਿਬ ਦੀਆਂ ਤੁਸੀਂ ਵੀਡੀਓ ਵਾਇਰਲ ਜਿਹੜੀਆਂ ਹੋਈਆਂ ਨੇ ਉਹਨਾਂ 'ਚ ਦੇਖੋਗੇ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹਨਾਂ ਦੇ ਪਿੱਛੇ ਕਿਹੜੇ ਬੰਦੇ ਨੇ, ਕਿਹੜਾ ਪਰਿਵਾਰ ਹੈ, ਔਰ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਮੈਂ ਉਸ ਪਰਿਵਾਰ ਨੂੰ ਅੰਦਰ ਠੋਕਾਂਗਾ। ਸੋ ਉਹ ਲੋਕ ਤਾਂ ਉਹ ਮੰਗ ਕਰ ਰਹੇ ਨੇ, ਪਰ ਤੁਸੀਂ ਕੀ ਕਹਿੰਦੇ ਹੋ ਕਿ ਲੋਕਾਂ ਦੀਆਂ ਜਿਹੜੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਇਹ ਹੋ ਰਹੀ ਆ ਕਿ ਜਿਹੜੇ ਛੋਟੇ ਮੋਟੇ ਜਿਹੜੇ ਵਿਚਾਰੇ ਕਸੂਰਵਾਰ ਨੇ ਲੋਕ, ਉਹਨਾਂ ਨੂੰ ਤੁਸੀਂ ਇਹ ਕਹਿ ਕੇ ਕਿ ਦੇਖੋ ਜੀ ਅਸੀਂ ਤਾਂ ਅੰਦਰ ਦੇਤੇ ਔਰ ਸਾਡਾ ਕੰਮ ਹੁਣ ਖਤਮ ਹੋ ਗਿਆ। ਇਹ ਨਹੀਂ ਹੋਏਗਾ। ਲੋਕ ਹੁਣ ਇਸ ਵੇਲੇ ਮੰਗ ਇਹੀ ਕਰਨੇ ਨੇ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ, ਔਰ ਇਹਨਾਂ ਚੀਜ਼ਾਂ ਨੂੰ ਨਾ ਉਲਝਾਇਆ ਜਾਏ। ਜਿਹੜੀਆਂ ਵੀ ਸਿੱਟਾਂ ਬਣੀਆਂ ਨੇ, ਜਿਹੜੇ ਵੀ ਕਮਿਸ਼ਨ ਬਣੇ ਨੇ, ਉਹਨਾਂ ਨੂੰ ਉਹਨਾਂ ਦਾ ਜਿਹੜਾ ਹੈਗੇ ਉਹ ਫਾਈਲਾਂ ਖੋਲ ਕੇ ਦੇਖੀਆਂ ਜਾਣ, ਔਰ ਉਹਨਾਂ ਦੇ ਵਿੱਚੋਂ ਜਿਹੜੇ ਵੀ ਲੋਕ ਕਸੂਰਵਾਰ ਨੇ ਉਹਨਾਂ ਨੂੰ ਉਹ ਕਸੂਰ ਦੀ ਸਜ਼ਾ ਜਿਹੜੀ ਹੈਗੀ ਹੈ ਕਾਨੂੰਨ ਦੇ ਮੁਤਾਬਕ ਮਿਲਣੀ ਚਾਹੀਦੀ ਹੈ। ਲੋਕ ਇਹੀ ਮੰਗ ਕਰ ਰਹੇ ਨੇ। ਸੋ ਇਹ ਮੈਨੂੰ ਲੱਗਦਾ ਹੈ ਕਿ ਇਹੀ ਬੰਦੇ ਜਿਹੜੇ ਨੇ, ਚਾਹੇ ਪ੍ਰਗਟ ਸਿੰਘ ਜੀ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਸੁੱਖੀ ਰੰਧਾਵਾ ਜੀ ਹੋਣ, ਚਾਹੇ ਇੱਥੋਂ ਤੱਕ ਕਿ ਪ੍ਰਤਾਪ ਬਾਜਵਾ ਜੀ ਹੋਣ, ਇਹ ਵੀ ਵਿਚਾਰੇ ਇਹੀ ਮੰਗ ਹੀ ਕਰ ਰਹੇ ਨੇ ਕਿ ਭਾਈ ਤੁਸੀਂ ਲੋਕਾਂ ਦੇ ਵਾਅਦੇ, ਜੋ ਉਹੀ ਕਹਿ ਰਹੇ ਨੇ ਕਿ ਜੇ ਅਸੀਂ ਹੁਣ 22 ਦੇ ਵਿੱਚ ਚੋਣਾਂ ਦੇ ਵਿੱਚ ਜਾਣਾ ਹੈ ਵੋਟਾਂ ਮੰਗਣ ਲਈ, ਤਾਂ ਅਸੀਂ ਕਿਸ ਮੂੰਹ ਨਾਲ ਜਾਵਾਂਗੇ ਜਦੋਂ ਅਸੀਂ ਪੁਰਾਣੇ ਵਾਅਦੇ ਹੀ ਨਹੀਂ ਤੁਹਾਡੇ ਪੂਰੇ ਹੋਏ? ਪੁਰਾਣੇ ਲੋਕ ਪੁੱਛਣਗੇ ਤੁਹਾਨੂੰ ਕਿ ਭਾਈ ਦੱਸੋ ਸਿੱਟ ਦਾ ਕੀ ਬਣਿਆ, ਬਰਗਾੜੀ ਕਾਂਡ ਦਾ ਕੀ ਬਣਿਆ, ਬਾਕੀ ਚੀਜ਼ਾਂ ਦਾ, ਨਸ਼ਿਆਂ ਦਾ ਕੀ ਬਣਿਆ, ਤਾਂ ਅਸੀਂ ਕਿਸ ਮੂੰਹ ਨਾਲ ਜਾਵਾਂਗੇ? ਇਹੀ ਵੱਡਾ ਫਿਕਰ ਜਿਹੜਾ ਹੈਗਾ ਇਹਨਾਂ ਵੱਖ-ਵੱਖ ਨੇਤਾਵਾਂ ਦਾ ਨਜ਼ਰ ਆ ਰਿਹਾ। ਉਹੀ ਸਵਾਲ ਉਹ ਬਾਰ-ਬਾਰ ਪੁੱਛ ਲਏ, ਇਹੀ ਸਵਾਲ ਨਵਜੋਤ ਸਿੰਘ ਸਿੱਧੂ ਜੀ ਪੁੱਛ ਰਹੇ ਨੇ। ਸੋ ਉਹਨਾਂ ਨੂੰ ਇਸੇ ਕਰਕੇ ਜਿਹੜਾ ਹੈਗਾ ਅੱਜ ਵੱਡੀ ਸਜ਼ਾ ਜਿਹੜੀ ਹੈਗੀ ਆ ਉਹਦਾ ਭਾਗੀਦਾਰ ਬਣਾਇਆ ਜਾ ਰਿਹਾ। ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਏ ਜਾ ਰਹੇ ਨੇ, ਉਹਨਾਂ ਦੀਆਂ ਫਾਈਲਾਂ ਖੋਲੀਆਂ ਜਾ ਰਹੀਆਂ ਨੇ, ਔਰ ਇਹਦਾ ਮੈਨੂੰ ਲੱਗਦਾ ਕਿ ਇਹਦਾ ਨੁਕਸਾਨ ਅਲਟੀਮੇਟਲੀ ਮੈਨੂੰ ਜੋ ਨਜ਼ਰ ਆ ਰਿਹਾ ਕੈਪਟਨ ਸਾਹਿਬ ਨੂੰ ਹੋਣ ਵਾਲਾ ਹੈ।
ਇਹਦਾ ਨੁਕਸਾਨ ਕੋਈ ਜਿਹੜਾ ਹੈਗਾ ਦੂਜਿਆਂ ਨੂੰ ਨਹੀਂ ਹੋਏਗਾ, ਚਾਹੇ ਉਹ ਲੱਖ ਅੱਜ ਕੋਸ਼ਿਸ਼ਾਂ ਕਰਨ ਔਰ ਲੱਖ ਉਹ ਵੱਡੇ ਤੋਂ ਵੱਡੇ ਕੇਸ ਲੱਭ ਲੈਣ। ਪਰ ਕੈਪਟਨ ਸਾਹਿਬ ਜਿਹੜੀ ਵੱਡੀ ਗਲਤੀ ਕਰ ਰਹੇ ਨੇ, ਉਹ ਮੈਨੂੰ ਲੱਗਦਾ ਹੈ ਕਿ ਇਦਾਂ ਦੀ ਕੋਈ ਇਹਦੇ ਚੋਂ ਨਿਕਲਣ ਵਾਲਾ ਕੁਝ ਨਹੀਂ ਹੈ, ਇਹਦੇ ਵਿੱਚੋਂ ਨੁਕਸਾਨ ਨਿਕਲੇਗਾ, ਕੋਈ ਫਾਇਦਾ ਨਹੀਂ ਹੋਏਗਾ ਸੁਖਵਿੰਦਰ ਜੀ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਵੈਸੇ ਲੋਕ ਤਾਂ ਇਹ ਚਾਹੁੰਦੇ ਨੇ ਕਿ ਜਿਹੜੇ ਕਾਲੇ ਕਾਰੋਬਾਰਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਕਾਲੇ ਕਾਰਨਾਮੇ ਨੇ, ਉਹ ਮੰਤਰੀ, ਉਹ ਵਿਧਾਇਕ, ਉਹ ਜਿਹੜੇ ਲੀਡਰ ਨੇ, ਉਹਨਾਂ ਨੂੰ ਫੜਿਆ ਤਾਂ ਜਾਣਾ ਚਾਹੀਦਾ, ਪਰ ਟਾਈਮਿੰਗ ਜਿਹੜੀ ਹੈ ਉਹ ਇਸ ਵੇਲੇ ਗਲਤ ਹੈ, ਕਿਉਂਕਿ ਟਾਈਮਿੰਗ ਗਲਤ ਚੁਣਿਆ ਗਿਆ ਸਰਕਾਰ ਵੱਲੋਂ। ਜੇ ਪਹਿਲਾਂ ਕਿਤੇ ਫੜ ਲੈਂਦੇ, ਜਿਵੇਂ ਹੁਣ ਕਿਹਾ ਜਾ ਰਿਹਾ ਕਿ ਸਾਰੇ ਐਮਐਲਏ ਦੀਆਂ ਫਾਈਲਾਂ ਤਿਆਰ ਨੇ, ਸਾਰੇ ਮੰਤਰੀਆਂ ਦੀਆਂ ਫਾਈਲਾਂ ਤਿਆਰ ਨੇ, ਉਹਨਾਂ ਨੂੰ ਫੜ ਕੇ ਕਿਸੇ ਵੇਲੇ ਵੀ ਜਿਹੜਾ ਉਹ ਜੇ ਉਹ ਬਗਾਵਤ ਕਰਦੇ ਨੇ ਤਾਂ ਉਹਨਾਂ ਨੂੰ ਦਿਖਾ ਦਿੱਤਾ ਜਾਂਦਾ, ਜਿਵੇਂ ਸਿੱਧੂ ਦੇ ਖਿਲਾਫ ਹੋਇਆ ਕਿ ਵਿਜੀਲੈਂਸ ਵਾਲੀ ਫਾਈਲ ਤਿਆਰ ਹੈ, ਉਧਰਲੇ ਪਾਸੇ ਸ਼ਿਕੰਜਾ ਕੱਸਿਆ ਜਾ ਰਿਹਾ। ਪ੍ਰਗਟ ਸਿੰਘ ਕਹਿ ਰਹੇ ਨੇ, ਚੰਨੀ ਵੀ ਹੁਣ ਜਿਹੜਾ ਉਹਨਾਂ ਦੇ ਖਿਲਾਫ ਦੀ ਜਿਹੜੀ ਕਾਰਵਾਈ ਦੀ ਤਿਆਰੀਆਂ ਚੱਲ ਰਹੀਆਂ ਨੇ। ਪ੍ਰਤਾਪ ਸਿੰਘ ਬਾਜਵਾ ਨੇ ਖੁੱਲ ਕੇ ਕਹਿ ਦਿੱਤਾ। ਪਰ ਗੱਲ ਤਾਂ ਇਹ ਹੈ ਕਿ ਜਿਹੜੇ ਮਾਫੀਆ ਦੇ ਵਿੱਚ ਸ਼ਾਮਲ ਨੇ, ਉਹਨਾਂ ਨੂੰ ਵੀ ਜਿਹੜਾ ਬੇਨਕਾਬ ਹੋਣਾ ਉਹਨਾਂ ਦਾ ਲਾਜ਼ਮੀ ਹੈ, ਭਾਵੇਂ ਕਿ ਟਾਈਮਿੰਗ ਗਲਤ ਹੈ, ਉਹ ਵੀ ਸਾਹਮਣੇ ਆਉਣਾ ਚਾਹੀਦਾ ਸਾਰਾ ਕੁਝ, ਕੌਣ ਕੀ ਕਰ ਰਿਹਾ। ਸੁਖਵਿੰਦਰ ਜੀ ਦੇਖੋ, 4.5 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕੀ ਸੋਚ ਕੇ, ਕੈਪਟਨ ਸਾਹਿਬ ਇੱਕ ਚਿਹਰਾ ਸੀ ਵੱਡੇ ਉਸ ਵੇਲੇ ਕਾਂਗਰਸ ਦਾ, ਕੀ ਸੋਚ ਕੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਜਿਤਾਇਆ ਸੀਗਾ? ਇਹੀ ਕਿ ਭਾਈ ਇਹ ਨਸ਼ਿਆਂ ਦਾ ਲੱਕ ਤੋੜ ਦੇਣਗੇ। ਆਪ ਹੀ ਆਪਾਂ ਨੂੰ ਪਤਾ ਹੈ, ਉਹਨਾਂ ਨੇ ਕਿਹਾ ਸੀਗਾ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ, ਉਹਨਾਂ ਨੇ ਕਿਹਾ ਸੀਗਾ ਕਿ ਬਰਗਾੜੀ ਕਾਂਡ ਜਾਂ ਹੋਰ ਵੀ ਜਿਹੜੇ ਇਦਾਂ ਦੇ ਕਾਂਡ ਵਾਪਰੇ ਸੀਗੇ, ਉਹਨਾਂ ਦਾ ਮੈਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੂੰਗਾ। ਔਰ ਇਹਨਾਂ ਨੇ ਕਿਹਾ ਸੀਗਾ ਵਿਦਿਨ ਟਾਈਮ ਕਰੂੰਗਾ, ਇਹ ਨਹੀਂ ਕਿਹਾ ਸੀਗਾ ਕਿ ਮੈਂ ਕੋਈ ਨਹੀਂ ਲਾਸਟ ਈਅਰ ਕਰ ਦੂੰਗਾ, ਆਖਰੀ ਸਾਲ ਜਿਹੜਾ ਹੈਗਾ 6 ਮਹੀਨੇ ਜਦੋਂ ਰਹਿਣਗੇ ਉਦੋਂ ਮੈਂ ਸਾਰਾ ਕੁਝ ਕਰੂੰਗਾ, ਇਹ ਨਹੀਂ ਸੀ ਕਿਹਾ। ਉਹਨਾਂ ਨੇ ਕਿਹਾ ਸੀ ਵਿਦ ਟਾਈਮ, ਕਿਹਾ ਸੀਗਾ ਕਿ ਮੈਂ ਜੇ ਨਸ਼ਿਆਂ ਦਾ ਲੱਕ ਤੋੜਨ ਲਈ ਕਿਹਾ ਸੀਗਾ, ਉਹਨੇ ਕਿਹਾ 4 ਹਫ਼ਤਿਆਂ ਦੇ ਵਿੱਚ ਵਿੱਚ। ਸੋ ਕੀ ਹੋਇਆ ਕਿ ਅੱਜ 4 ਸਾਲ ਤੋਂ ਉੱਪਰ ਬੀਤ ਗਏ, ਸੋ ਹੋਇਆ ਕੁਝ ਨਹੀਂ ਹੈ। ਸੋ ਕਿੱਥੇ ਤਾਂ ਇਹ ਟਾਈਮਿੰਗ ਚਾਹੀਦੀ ਸੀਗੀ, ਅੱਜ ਤੋਂ ਸਾਰਾ ਕੁਝ ਸਾਲ ਪਹਿਲਾਂ ਇਹ ਚੀਜ਼ਾਂ ਹੋ ਜਾਣੀਆਂ ਚਾਹੀਦੀਆਂ ਸੀਗੀਆਂ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਸੀਗਾ, ਤਾਂ ਅੱਜ ਲੋਕ ਜਿਹੜੇ ਨੇ ਸਵਾਲ ਪੁੱਛਣੋਂ ਹਟ ਜਾਂਦੇ। ਅੱਜ ਜਿਵੇਂ ਉਹ ਨਵੀਂ ਪਾਰੀ ਖੇਡਣਾ ਚਾਹੁੰਦੇ ਨੇ, ਹੋ ਸਕਦਾ ਕਿ ਉਹ ਲੋਕ ਉਹਨਾਂ ਨੂੰ ਐਕਸੈਪਟ ਕਰਦੇ, ਨਵਾਂ ਉਹਨਾਂ ਨੂੰ ਕਹਿੰਦੇ ਕਿ ਲੋਕਾਂ ਨੇ ਆਪ ਹੀ ਕਹਿ ਦੇਣਾ ਸੀਗਾ ਕਿ ਭਾਈ ਤੁਸੀਂ ਆਓ, ਹੁਣ ਅਗਲੀ ਵਾਰੀ ਫੇਰ ਤੁਸੀਂ ਆ ਜਾਓ। ਕਿੱਥੇ ਹੁਣ ਜਿਹੜਾ ਹੈਗਾ ਪਾਣੀ 'ਚ ਮਧਾਣੀ ਪੈ ਚੁੱਕੀ ਹੈ। ਸੋ ਇਸ ਕਰਕੇ ਇਹਨਾਂ ਦੇ ਚਿਹਰੇ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਕੈਪਟਨ ਸਾਹਿਬ ਦੇ ਨੂੰ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਗੁੱਸਾ ਹੈ, ਉਹ ਬਜਾਏ ਉਹ ਕਿਸੇ ਹੋਰ ਤੇ ਉਤਾਰਨ ਤੇ, ਉਹਨਾਂ ਨੂੰ ਲੱਗਦਾ ਹੈ ਕਿ ਮੈਂ ਤਾਂ ਡੁੱਬਣਾ ਹੀ ਹੈ। ਹੁਣ ਕਾਂਗਰਸ ਵੀ ਡੁਬੋਣਗੇ ਉਹ, ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੀ ਬੇੜੀ 'ਚ ਉਹਨਾਂ ਨੇ ਵੱਟੇ ਪਾ ਦਿੱਤੇ ਨੇ। ਸੋ ਇਸ ਕਰਕੇ ਜਿੱਥੇ ਉਹ ਆਪ ਡੁੱਬੇਗੇ, ਕਾਂਗਰਸ ਡੁੱਬੇਗੀ। ਜੀ ਜੀ ਜੀ, ਕਾਂਗਰਸ ਦੇ ਇਸ ਕਾਟੋ ਕਲੇਸ਼ ਦਾ ਜਾਂ ਅੰਦਰੂਨੀ ਲੜਾਈ ਦਾ ਜਿਹੜੀ ਹੁਣ ਸਾਹਮਣੇ ਫੁੱਟ ਕੇ ਬਾਹਰ ਆ ਗਈ ਆ, ਇਹਦਾ ਫਾਇਦਾ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨੂੰ ਕਿਸ ਹੱਦ ਤੱਕ ਹੋ ਸਕਦਾ? ਦੇਖੋ, ਅਜੇ ਬਹੁਤ ਦੂਰ ਦੀਆਂ ਗੱਲਾਂ ਨੇ। ਜੇ ਮੈਂ ਅੱਜ ਹੀ ਕਹਾਂ ਕਿ ਇਹਦਾ ਫਾਇਦਾ ਜਾਂ ਨੁਕਸਾਨ ਕਿਹਨੂੰ ਹੋਏਗਾ, ਹਾਂ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਨੂੰ ਨੁਕਸਾਨ ਹੋਏਗਾ, ਔਰ ਇਹਦਾ ਫਾਇਦਾ ਕਿਹੜੀ ਪਾਰਟੀ ਚੱਕੇਗੀ, ਕਿਹੜੀ ਪਾਰਟੀ ਨਹੀਂ ਚੱਕੇਗੀ, ਇਹ ਉਹਨਾਂ ਦੀ ਪਾਰਟੀ ਦੀ ਜਿਹੜੀ ਤਾਕਤ ਹੈ ਉਹਦੇ ਤੇ ਮੁਨਸਰ ਕਰੇਗਾ। ਸੋ ਇਸ ਕਰਕੇ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਨੁਕਸਾਨ ਹੋ ਰਿਹਾ, ਲਗਾਤਾਰ ਹੋ ਰਿਹਾ ਕਾਂਗਰਸ ਦਾ, ਔਰ ਕੈਪਟਨ ਸਾਹਿਬ ਦਾ ਵੀ ਹੋ ਰਿਹਾ। ਔਰ ਇਹਦੇ ਵਿੱਚੋਂ ਕੁਝ ਚਿਹਰੇ ਜਿਹੜੇ ਨੇ, ਹੋ ਸਕਦਾ ਹੈ ਕਿ ਵੱਡੇ ਚਿਹਰੇ ਪੰਜਾਬ ਦੇ ਉੱਭਰ ਕੇ ਸਾਹਮਣੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਹੋ ਸਕਦਾ ਹੈ ਪ੍ਰਗਟ ਸਿੰਘ ਵੱਡੇ ਚਿਹਰੇ ਦੇ ਤੌਰ ਤੇ ਉੱਭਰਨ, ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰੇ ਦੇ ਤੌਰ ਤੇ ਪੰਜਾਬ ਦੇ ਵਿੱਚ ਉੱਭਰਨ। ਉਹ ਹੁਣ ਆਪਣੀ ਸਾਰੀ ਪੋਲਿਟਿਕਸ ਨੂੰ ਕਿਵੇਂ ਉਹ ਮੈਨੂਪਲੇਟ ਕਰਦੇ ਨੇ, ਕਿਵੇਂ ਉਹਨੂੰ ਇੱਕ ਨਵੀਂ ਸ਼ਕਲ ਦਿੰਦੇ ਨੇ, ਇਹ ਸਮੇਂ ਦੇ ਉੱਤੇ ਨਿਰਭਰ ਕਰੇਗਾ। ਪਰ ਫਿਲਹਾਲ ਜਿਹੜਾ ਹੈਗਾ ਬਾਕੀ ਜਿਹੜੀਆਂ ਤਾਕਤਾਂ ਨੇ, ਉਹ ਹੋ ਸਕਦਾ ਉਹਨਾਂ ਨੂੰ ਫਾਇਦਾ ਹੋਏਗਾ, ਜ਼ਰੂਰ ਹੋਏਗਾ, ਪਰ ਉਸ ਫਾਇਦੇ ਨੂੰ ਉਠਾ ਸਕਣਗੀਆਂ ਕਿ ਨਹੀਂ ਉਠਾ ਸਕਣਗੀਆਂ, ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਜੋ ਮੈਨੂੰ ਲੱਗ ਰਿਹਾ ਉਹਦੇ ਵਿੱਚ ਕੈਪਟਨ ਸਾਹਿਬ ਨੂੰ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ, ਔਰ ਉਹ ਕਾਂਗਰਸ ਨੂੰ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ। ਔਰ ਇਸ ਵੇਲੇ ਤਵੱਕੋ ਇਹੀ ਕੀਤੀ ਜਾਣੀ ਚਾਹੀਦੀ ਹੈ, ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਜਿਹੜੀ ਮੰਨ ਲਓ ਸੋਨੀਆ ਜੀ ਨੇ, ਰਾਹੁਲ ਗਾਂਧੀ ਜੀ ਨੇ, ਪ੍ਰਿੰਕਾ ਗਾਂਧੀ ਜੀ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਇਸ ਵੇਲੇ ਇੰਟਰਵੀਨ ਕਰਨ ਔਰ ਕੈਪਟਨ ਸਾਹਿਬ ਨੂੰ ਸਾਰੀਆਂ ਗੱਲਾਂ ਸਮਝਾਉਣ ਔਰ ਉਹਨਾਂ ਦੇ ਉੱਤੇ ਨੱਥ ਪਾਉਣ, ਤੇ ਉਹਨਾਂ ਨੂੰ ਇਹ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਉਹਨਾਂ ਨੂੰ ਰੋਕਣ, ਔਰ ਤਾਂ ਕਿ ਕਾਂਗਰਸ ਬਚ ਸਕੇ ਔਰ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਚਿਹਰਾ ਬਚ ਸਕੇ। ਉਹਦੇ ਨਾਲ ਹੀ ਫਾਇਦਾ ਹੈ। ਅਦਰਵਾਈਜ਼ ਜੇ ਉਹ ਇਸ ਵੇਲੇ ਜਿਹੜੀ ਹਾਈ ਕਮਾਂਡ ਫੈਸਲਾ ਨਹੀਂ ਲਏਗੀ ਕੋਈ, ਜਾਂ ਉਹ ਇੰਟਰਵੀਨ ਨਹੀਂ ਕਰੇਗੀ ਜਿੰਨੀ ਦੇਰ, ਉਨੀ ਦੇਰ ਜਿਹੜਾ ਹੈਗਾ ਕਾਂਗਰਸ ਦਾ ਨੁਕਸਾਨ ਇਸੇ ਤਰ੍ਹਾਂ ਹੋਰ ਰਹੇਗਾ। ਹੋਰ ਗੁੱਟ ਬਣਨਗੇ, ਹੋਰ ਗਰੁੱਪ ਜਿਹੜੇ ਨੇ ਪੈਦਾ ਹੁੰਦੇ ਰਹਿਣਗੇ। ਇਸ ਤਰ੍ਹਾਂ ਦੀ ਜਿਹੜਾ ਕਾਟੋ ਕਲੇਸ਼ ਹੈ ਉਹ ਲਗਾਤਾਰ ਵੱਧਦਾ ਜਾਏਗਾ। ਜੀ ਸੁਖਵਿੰਦਰ ਜੀ।
ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਖਬਰ ਪੱਛਮੀ ਬੰਗਾਲ ਦੀ ਲੈ ਲਈਏ ਕਿ ਪੱਛਮੀ ਬੰਗਾਲ ਦੇ ਵਿੱਚ ਕਹਿੰਦੇ 2 ਮੰਤਰੀਆਂ ਨੂੰ ਅਰੈਸਟ ਕਰ ਲਿਆ ਗਿਆ ਤ੍ਰਿਣਮੂਲ ਕਾਂਗਰਸ ਦੇ। ਸਰਕਾਰ ਨੂੰ ਅਸਥਿਰ ਕਰਨ ਦੇ ਲਈ ਹੈ ਜਾਂ ਫਿਰ ਕਿਸੇ ਹੋਰ ਢੰਗ ਦੇ ਨਾਲ ਜਿਹੜਾ ਉਹ ਤ੍ਰਿਣਮੂਲ ਕਾਂਗਰਸ ਨੂੰ ਜਾਂ ਮਮਤਾ ਬੈਨਰਜੀ ਨੂੰ ਘੇਰਨ ਦੀ ਕੋਸ਼ਿਸ਼ ਹੈ। ਸੀਬੀਆਈ ਨੇ ਕਹਿੰਦੇ ਗ੍ਰਿਫਤਾਰ ਕੀਤਾ। ਸੁਖਵਿੰਦਰ ਜੀ ਦੇਖੋ, ਜਦੋਂ ਤੋਂ ਬੰਗਾਲ ਦੇ ਵਿੱਚ ਬੀਜੇਪੀ ਹਾਰੀ ਹੈ ਔਰ ਬਹੁਤ ਵੱਡੇ ਸੁਪਨੇ ਲੈ ਕੇ ਬੀਜੇਪੀ ਉਤਰੀ ਸੀਗੀ, ਉਹਨਾਂ ਨੂੰ ਲੱਗਦਾ ਸੀਗਾ ਕਿ 200 ਤੋਂ ਉੱਤੇ ਅਸੀਂ ਸੀਟਾਂ ਲੈ ਜਾਾਂਗੇ, ਪਰ ਨਿਕਲਿਆ ਕੀ, ਖੋਦਿਆ ਪਹਾੜ ਨਿਕਲਿਆ ਚੂਹਾ। ਸੋ ਉਹਨਾਂ ਨੂੰ ਉਹ ਸੀਟਾਂ ਨਹੀਂ ਮਿਲੀਆਂ। ਉਹੀ ਲੋਕ ਜਿੱਤੇ ਨੇ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਛੱਡ ਕੇ ਆਏ। ਇਹਨਾਂ ਦੇ ਆਪਣੇ ਪਾਰਟੀ ਦੇ ਬੰਦੇ ਜਿਹੜੇ ਓਰੀਜਨਲ ਬੰਦੇ ਸੀਗੇ ਉਹ ਬਹੁਤਾ ਉੱਥੇ ਉਹ ਵੀ ਜਿੱਤੇ ਨਹੀਂ, ਉਹ ਸਾਰੇ ਹਾਰ ਗਏ। ਸੋ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਮਲਾਲ ਹੈ। ਮੋਦੀ ਸਾਹਿਬ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਜਾਂ ਬੀਜੇਪੀ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਡੀ ਬਹੁਤ ਬੇਇੱਜ਼ਤੀ ਹੋ ਗਈ। ਹੁਣ ਇਹਦਾ ਜਿਹੜਾ ਹੈਗਾ ਖਮਿਆਜਾ ਜਿਹੜਾ ਹੈਗਾ ਉਹ ਇਹ ਕਿਤੇ ਹੋਰ ਕੱਢਣਾ ਚਾਹੁੰਦੇ ਨੇ। ਕਿਤੇ ਹੋਰ ਜਿਹੜੇ ਨੇ ਉਹ ਇਹੀ ਚਾਹੁੰਦੇ ਨੇ ਕਿ ਕਿਵੇਂ ਨਾ ਕਿਵੇਂ ਮਮਤਾ ਜੀ ਨੂੰ ਟਾਰਗੇਟ ਕੀਤਾ ਜਾਏ, ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਏ ਔਰ ਉਹਨਾਂ ਦੇ ਮੰਤਰੀਆਂ ਨੂੰ, ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਵੇਂ ਇੱਥੇ ਸਟੇਟ ਦੇ ਵਿੱਚ ਜਿਹੜੀ ਹੈਗੀ ਆ ਵੱਖ-ਵੱਖ ਏਜੰਸੀਆਂ ਸਰਕਾਰ ਦੇ ਥੱਲੇ ਕੰਮ ਕਰਦੀਆਂ ਨੇ, ਇਸੇ ਤਰ੍ਹਾਂ ਸੈਂਟਰ ਦੇ ਵਿੱਚ ਸੀਬੀਆਈ ਕੰਮ ਕਰਦੀ ਹੈ। ਸੋ ਇਸ ਕਰਕੇ ਉਹ ਆਪਣੀਆਂ ਆਫੀਸਰਸ ਨੂੰ ਲਾ ਰੱਖਦੇ ਨੇ ਇਹਨਾਂ ਦੇ ਪਿੱਛੇ, ਸੋ ਤਾਂ ਕਿ ਇਦਾਂ ਦਾ ਰੌਲਾ ਪੈਂਦਾ ਰਵੇ। ਇਸ ਵੇਲੇ ਮੈਨੂੰ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਵੀ ਕਰੋਨਾ ਹੋਇਆ, ਬੰਗਾਲ ਦੇ ਵਿੱਚ ਵੀ ਜਿਹੜਾ ਹੈਗਾ ਕਰੋਨਾ ਕਰਕੇ ਲੋਕਾਂ ਦਾ ਬੁਰਾ ਹਾਲ ਹੈ। ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ। ਕਿਤੇ ਨਾ ਸਟੇਟਾਂ ਨੂੰ ਜਾਂ ਸੈਂਟਰ ਨੂੰ ਜਾਂ ਲੋਕਾਂ ਨੂੰ ਜਾਂ ਸਾਡੇ ਲੀਡਰਾਂ ਨੂੰ ਇਹ ਗੱਲ ਬਣਦੀ ਹੈ ਕਿ ਭਾਈ ਇਸ ਵੇਲੇ ਜਿਹੜੇ ਬੁਨਿਆਦੀ ਮੁੱਦੇ ਨੇ ਸਾਡੇ, ਚਾਹੇ ਉਹ ਬੰਗਾਲ ਦੀ ਗੱਲ ਹੋਵੇ ਚਾਹੇ ਪੰਜਾਬ ਦੀ ਗੱਲ ਹੋਵੇ, ਕਿਤੇ ਤਾਂ ਉੱਥੇ ਸਾਰਾ ਘੇਰਨ ਦੀ ਗੱਲ ਹੁੰਦੀ ਹੈ, ਉੱਥੇ ਕੰਮ ਕਰਨ ਦੀ ਲੋੜ ਹੈ। ਕਰੋਨਾ ਦੇ ਬਾਰੇ ਕੰਮ ਕਰਨ ਦੀ ਲੋੜ ਹੈ। ਵੈਕਸੀਨ ਨੂੰ ਹੋਰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਉਹਦੇ ਬਾਰੇ ਗੱਲ ਕਰਨ ਦੀ ਲੋੜ ਹੈ। ਆਕਸੀਜਨ ਦੇ ਪਲਾਂਟ ਕਿਵੇਂ ਲੱਗਣ ਉਹਦੇ ਬਾਰੇ ਡਿਸਕਸ ਕਰਨ ਦੀ ਲੋੜ ਹੈ ਸਟੇਟ ਔਰ ਸੈਂਟਰ ਨੂੰ। ਕਿਤੇ ਦੂਜੇ ਪਾਸੇ ਲੋਕਾਂ ਨੂੰ ਇਦਾਂ ਦੇ ਮੁੱਦਿਆਂ ਦੇ ਵਿੱਚ ਉਲਝਾ ਕੇ ਇਹ ਸਾਰਾ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਕਮਜ਼ੋਰੀਆਂ ਨੇ ਸੈਂਟਰ ਦੀਆਂ, ਉਹ ਕਿਤੇ ਨਾ ਕਿਤੇ ਉਹ ਜਾ ਕੇ ਉਹਨਾਂ ਤੋਂ ਉਲਝਾਉਣਾ ਚਾਹੁੰਦੀ ਹੈ। ਹੋਰ ਇਹਦੇ ਵਿੱਚ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। ਇਹਦੇ ਨਾਲ ਨਾ ਤਾਂ ਮਮਤਾ ਦਾ ਕੋਈ ਨੁਕਸਾਨ ਹੋਣ ਵਾਲਾ ਹੈ, ਨਾ ਕਿਸੇ ਉੱਥੇ TMC ਦਾ ਕੋਈ ਨੁਕਸਾਨ ਹੋਏਗਾ। ਇਹਦੇ ਨਾਲ ਸਗੋਂ ਜਿੰਨਾ ਉਹ ਪ੍ਰੈਸ਼ਰ ਬਣਾਉਣਗੇ ਉਹਦੇ ਨਾਲ ਉਨਾ ਹੀ ਪਾਰਟੀ ਨੂੰ ਹੋਰ ਤਾਕਤ ਮਿਲੇਗੀ। ਲੋਕ ਹਮਦਰਦੀ ਦੇ ਨਾਲ ਹੋਰ ਜੁੜਨਗੇ ਮਮਤਾ ਦੇ ਨਾਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਮਤਾ ਸਟਰੋਂਗ ਹੋਏਗੀ ਔਰ ਮੋਦੀ ਸਾਹਿਬ ਹੋਰ ਵੀਕ ਹੋਣਗੇ ਇਹਦੇ ਨਾਲ, ਇਦਾਂ ਦੀਆਂ ਕਾਰਵਾਈਆਂ ਦੇ ਨਾਲ। ਸੁਖਵਿੰਦਰ ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।